ਲੂਣਾ ਸ਼ਿਵ ਕੁਮਾਰ ਬਟਾਲਵੀ। ਮਹਾਕਵੀ ਦੇ ਵਿਸ਼ੇ ਬਾਰੇ ਜਾਂ ਰੂਪ ਬਾਰੇ ਕਦੇ ਕੋਈ ਨਿਸ਼ਚਿਤ ਗੱਲ ਨਹੀਂ ਕਹੀ ਜਾ ਸਕਦੀ। ਹੋਮਰ, ਦਾਂਟੇ ਅਤੇ ਮਿਲਟਨ ਨੇ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਮਹਾਕਵੀ ਦੇ ਵਿਸ਼ੇ ਚੁਣੇ। ਪੂਰਬੀ ਮਹਾਕਵੀ ਦੇ ਵਿਸ਼ੇ ਕੁਝ ਪ੍ਰਚਲਿਤ ਅਚਾਨਕ ਉਚਾਈਆਂ ਨੂੰ ਹੀ ਸਰ ਕਰਨ ਦੀ ਠਾਣਦੇ ਰਹੇ, ਪਰ ਯੂਨਾਨੀ ਜਾਂ ਪੱਛਮੀ ਮਹਾਕਵੀ ਦਾ ਵਿਸ਼ਾ ਸਧਾਰਨ ਮਰਦ ਤੀਵੀਆਂ ਦੀਆਂ ਮਨੁੱਖੀ ਕਮਜ਼ੋਰੀਆਂ ਰਿਹਾ। ਇਸ ਗੱਲ ਪਿੱਛੋਂ ਕਵੀ ਵਧੇਰੇ ਧਰਤੀ ਦੇ ਨੇੜੇ ਰਿਹਾ। ਪੰਜਾਬੀ ਕਿੱਸਿਆਂ ਵਿੱਚ ਦਰਸਾਇਆ ਜੀਵਨ ਉਸ ਵੇਲੇ ਦੇ ਸਧਾਰਨ ਜੀਵਨ ਦੀ ਹੀ ਪ੍ਰਤੀਨਿਧਤਾ ਕਰਦਾ ਹੈ। ਇਸ ਨੂੰ ਸੰਸਕ੍ਰਿਤ ਪਾ ਦੇਣ ਲਈ ਪਰੰਪਰਾਵਾਦੀ ਜਾਂ ਕਿੱਸਾਕਾਰੀ ਕਵੀਆਂ ਨੇ ਤੋੜਿਆ ਮਰੋੜਿਆ ਹੈ ਅਤੇ ਇਸ ਵਿੱਚ ਇਕਲਾਖੀ ਸਿੱਖਿਆ ਭਰਨ ਦਾ ਯਤਨ ਕੀਤਾ ਹੈ। ਪਰ ਜੇ ਨਿਰਪੱਖ ਦ੍ਰਿਸ਼ਟੀ ਤੋਂ ਵੇਖਿਆ ਤਾਂ ਇਹ ਕਿਸੇ ਯੂਨਾਨੀ ਕਵੀ ਧਾਰਾ ਦੇ ਪ੍ਰਭਾਵ ਨੂੰ ਸਪਸ਼ਟ ਦਰਸਾਉਂਦੇ ਹਨ। ਪੂਰਨ ਦਾ ਕਿੱਸਾ ਸਾਡੇ ਹੋਰ ਪੰਜਾਬੀ ਕਿੱਸਿਆਂ ਵਿੱਚੋਂ ਸ਼ਾਇਦ ਸਭ ਤੋਂ ਲੋਕਪ੍ਰਿਯ ਹੈ। ਪੂਰਨ ਦੇ ਕਿੱਸੇ ਦੀ ਵਿਚਿੱਤਰ ਕਥਾ ਮੂਲੋਂ ਹੀ ਨਵੀਂ ਨਹੀਂ। ਅਸ਼ੋਕ ਮਹਾਨ ਦੀ ਛੋਟੀ ਰਾਣੀ ਨਾਲ ਵੀ ਅਸ਼ੋਕ ਦੇ ਪੁੱਤਰ ਦੀ ਅੱਖ ਮੈਲੀ ਹੋ ਜਾਣ ਦੀ ਤੇ ਸਿੱਟੇ ਵਜੋਂ ਹੱਥ ਕੱਟੇ ਜਾਣ ਦੀ ਕਥਾ ਪ੍ਰਚਲਿਤ ਹੈ। ਟੁੰਡੇ ਅਸਰਾਜੇ ਦੀ ਵਾਰ ਤਾਂ ਬਹੁਤ ਹੱਦ ਤੱਕ ਪੂਰਨ ਦੀ ਕਹਾਣੀ ਨਾਲ ਮੇਲ ਖਾਂਦੀ ਹੈ। ਵੈਸੇ ਇਸ ਕਥਾ ਦਾ ਪੁਰਾਤਨ ਰੂਪ ਕਿਸੇ ਵੀ ਹਿੰਦੂ ਧਰਮ ਗ੍ਰੰਥ ਵਿੱਚ ਨਹੀਂ ਮਿਲਦਾ। ਲੋਕ ਗੀਤਾਂ ਵਿੱਚ ਇਸ ਕਥਾ ਦੇ ਹਵਾਲੇ ਜ਼ਰੂਰ ਮਿਲਦੇ ਹਨ। ਇਸ ਤੋਂ ਪਿੱਛੋਂ ਇਸ ਕਥਾ ਦਾ ਨਿਖਾਰਿਆ ਰੂਪ ਕਦਰਯਾਰ ਦੇ ਕਿੱਸੇ ਪੂਰਨ ਭਗਤ ਵਿੱਚ ਜਾਂ ਉਸੇ ਦੀ ਹੀ ਕਿਰਤ ਕਲੀਆਂ ਪੂਰਨ ਭਗਤ ਵਿੱਚ ਮਿਲਦਾ ਹੈ। ਪਰ ਇਹਨਾਂ ਦੋਹਾਂ ਕਹਾਣੀਆਂ ਵਿੱਚ ਕਾਫੀ ਅੰਤਰ ਹੈ। ਮੈਂ ਇਸ ਕਥਾ ਨੂੰ ਕਿਸੇ ਪੂਰਨ ਭਗਤ ਦੇ ਆਧਾਰ 'ਤੇ ਹੀ ਲਿਆ ਹੈ ਅਤੇ ਲਿਆ ਵੀ ਪੂਰਨ ਦੇ ਹੱਥ ਪੈਰ ਕੱਟੇ ਜਾਣ ਤੱਕ ਹੈ। ਇਸ ਤੋਂ ਪਿੱਛੋਂ ਮੈਨੂੰ ਕਥਾ ਮਨ ਘੜਤ ਜਿਹੀ ਲੱਗਦੀ ਹੈ। ਨਾਲੇ ਇਸ ਤੋਂ ਪਿੱਛੋਂ ਕਥਾ ਦੀ ਬਹੁਤੀ ਲੋੜ ਵੀ ਨਹੀਂ ਸੀ। ਇਸ ਕਥਾ ਵਿੱਚ ਮੈਂ ਕੁਝ ਵੀ ਵਾਜਿਬ ਤੇ ਮਾਮੂਲੀ ਤਬਦੀਲੀਆਂ ਕਰ ਲਈਆਂ ਹਨ, ਜਿਹੜੀਆਂ ਕਿ ਸੁਭਾਵਿਕ ਨਹੀਂ ਸਗੋਂ ਸੁਭਾਵਿਕ ਹਨ। ਮਿਸਾਲ ਵਿੱਚੋਂ ਪੂਰਨ ਨੂੰ 12 ਵਰ੍ਹਿਆਂ ਦਾ ਨਹੀਂ ਸਗੋਂ 18 ਦਾ ਲਿਖਦਾ ਹਾਂ, ਕਿਉਂ ਜੋ 12 ਵਰ੍ਹਿਆਂ ਦੇ ਮੁੰਡੇ 'ਤੇ ਮੈਲਾ ਹੋਣ ਦਾ ਇਲਜ਼ਾਮ ਨਹੀਂ ਲਾਇਆ ਜਾ ਸਕਦਾ। ਇਹ ਬੜਾ ਗੈਰ ਕੁਦਰਤੀ ਲੱਗਦਾ ਹੈ। ਪੂਰਨ ਨੂੰ 18 ਵਰ੍ਹਿਆਂ ਦਾ ਦੱਸਣ ਤੋਂ ਮੇਰਾ ਭਾਵ ਹੈ ਕਿ ਉਹ ਭਰ ਜੋਬਨ ਦੀ ਰੁੱਤ 'ਤੇ ਸੀ, ਚਾਹੇ ਉਹ 18 ਦਾ ਹੋਏ ਜਾਂ 20 ਦਾ। ਦੂਜੀ ਤਬਦੀਲੀ ਜਿਹੜੇ ਮੈਂ ਇਸ ਕਥਾ ਵਿੱਚ ਕੀਤੀ ਹੈ ਉਹ ਇਹ ਹੈ ਕਿ ਮੈਂ ਸਲਵਾਨ ਦੇ ਦੂਜਾ ਵਿਆਹ ਕਰਾਉਣ ਪਿੱਛੋਂ ਉਸ ਦੀ ਪਹਿਲੀ ਰਾਣੀ ਇੱਛਰਾ ਨੂੰ ਪੇਕੇ ਘਰ ਮੋੜ ਦਿੰਦਾ ਹਾਂ। ਮੈਂ ਦੱਸਦਾ ਹਾਂ ਕਿ ਉਹ ਇੱਕ ਰਾਜੇ ਦੀ ਸਦਾ ਜਿਹੀ ਧੀ ਹੈ, ਜਿਹੜੀ ਇਸ ਘਟਨਾ ਤੋਂ ਦੁਖੀ ਹੋ ਕੇ ਆਪਣੇ ਆਪ ਨੂੰ ਹੋਸ਼ੀ ਮਹਿਸੂਸ ਕਰਦੀ ਹੈ ਅਤੇ ਮਾਪਿਆਂ ਦੇ ਘਰ ਮੁੜ ਜਾਂਦੀ ਹੈ। ਇਹ ਗੱਲ ਬੜੀ ਸੁਭਾਵਿਕ ਜਿਹੀ ਹੈ ਅਤੇ ਸ਼ਾਇਦ ਸੱਚ ਵੀ ਇਹੋ ਹੈ। ਜ਼ਿੰਦਗੀ ਦੀ ਸੱਚਾਈ ਤਾਂ ਹਮੇਸ਼ਾ ਇਹੋ ਦੱਸਦੀ ਹੈ ਕਿ ਕੋਈ ਅਣਖੀ ਪਤਨੀ ਆਪਣੇ ਪਤੀ ਤੋਂ ਇਹ ਆਸ ਨਹੀਂ ਰੱਖਦੀ ਕਿ ਉਹਦੇ ਹੁੰਦਿਆਂ ਸਗੋਂ ਮੋਇਆ ਪਿੱਛੋਂ ਵੀ ਉਹਦੇ ਹਿੱਸੇ ਦਾ ਪਿਆਰ ਕਿਸੇ ਹੋਰ ਔਰਤ ਨੂੰ ਵੰਡਣ ਜਾਏ। ਇਹ ਇੱਕ ਗੱਲ ਹੋਰ ਜਿਹੜੀ ਮੈਂ ਇਸ ਕਥਾ ਵਿੱਚ ਕੀਤੀ ਹੈ ਕਿ ਮੈਂ ਆਪਣੀ ਨਾਟੀ ਅਤੇ ਸੂਤਰਤਾ ਤੋਂ ਇਸ ਕਥਾ ਦਾ ਆਰੰਭ ਕਰਵਾਉਂਦਾ ਹਾਂ। ਮੈਂ ਦੱਸਿਆ ਹੈ ਕਿ ਲੂਣਾ ਚੰਬੇ ਦੀ ਸੀ। ਕਈਆਂ ਦਾ ਵਿਚਾਰ ਹੈ ਕਿ ਲੂਣਾ ਰੋਡਸ ਜ਼ਿਲ੍ਹਾ ਸਿਆਲਕੋਟ ਦੀ ਸੀ ਅਤੇ ਕਈਆਂ ਦਾ ਵਿਚਾਰ ਹੈ ਕਿ ਲੂਣਾ ਪਿੰਡ ਚਮਿਆਰੀ ਤਹਿਸੀਲ ਅਜਨਾਲੇ ਦੀ ਸੀ। ਦਰਅਸਲ ਲੂਣਾ ਦੇ ਪਿੰਡ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹਾਂ, ਇੱਕ ਪਹਾੜੀ ਲੋਕ ਗੀਤ ਵਿੱਚ ਉਹਦਾ ਨਾਂ ਐਵੇਂ ਆਉਂਦਾ ਹੈ, ਉੱਚੇ ਪਹਾੜੋਂ 'ਚ ਦੇਸ ਚੰਬੇ ਦਾ, ਪੌਦੀ ਆ ਰੋਜ਼ ਝੜੀ, ਸੱਜੇ ਤੋਂ ਖੱਬੇ ਝੀਲੇ ਜਾਂ ਦਾ ਝਰਮਟ, ਰੁੱਖੇ ਦੀ ਪਾਲ ਖੜੀ, ਕੀਆ ਤੇ ਸਿਫਤ ਕਰਾਂ ਇਹਦੇ ਹੁਸਨਾਂ ਦੀ, ਰੰਨੇ ਦੀ ਰਾਵੀ ਭਰੀ, ਇਸੇ ਹੀ ਦੇਸਾਂ ਦੀ ਲੂਣਾ ਚਮਾਰੀ, ਰਾਜੇ ਵਿਆਹੀ ਖੜੀ। ਇਸੇ ਹੀ 70 ਨੂੰ ਮੈਂ ਮੁੱਖ ਰੱਖ ਕੇ ਲੂਣਾ ਨੂੰ ਚੰਬੇ ਦੀ ਕਿਹਾ ਹੈ ਅਤੇ ਨਾਲੇ ਕਦਰਯਾਰ ਦੀ ਲਿਖਤ ਮੁਤਾਬਕ ਜਾਤ ਦੀ ਚਮਿਆਰੀ ਹੀ ਦੱਸਿਆ ਹੈ। ਇਸ ਤੋਂ ਪਿੱਛੋਂ ਮੇਰੇ ਸਾਹਮਣੇ ਇੱਕ ਹੋਰ ਸਵਾਲ ਇਸ ਕਥਾ ਵਿੱਚ ਬਾਰੇ ਇਹ ਹੈ ਸੀ ਕਿ ਲੂਣਾ ਅਤੇ ਸਲਵਾਨ ਦਾ ਮੇਲ ਕਿਵੇਂ ਹੋਇਆ। ਮੈਂ ਇਸ ਕਥਾ ਵਿੱਚ ਦੱਸਿਆ ਕਿ ਚੰਬੇ ਦਾ ਰਾਜਾ ਬਰਮਾਨ ਸਲਵਾਨ ਦਾ ਮਿੱਤਰ ਹੈ ਅਤੇ ਇਹ ਮੇਲ ਉੱਥੇ ਹੀ ਹੋਇਆ। ਇਹ ਸਾਰਾ ਕਥਨ ਕਲਪਿਤ ਹੈ। ਮੇਰਾ ਬਹੁਤਾ ਭਾਵ ਇਸ ਪਾਤਰ ਨੂੰ ਪਾਉਣ ਦਾ ਇਹ ਵੀ ਸੀ ਕਿ ਸਲਵਾਨ ਦਾ ਕੋਈ ਮਿੱਤਰ ਹੋਵੇ ਜਿਹਦੇ ਨਾਲ ਉਹ ਆਪਣੇ ਢਿੱਡ ਦੀ ਗੱਲ ਕਰ ਸਕੇ। ਮੇਰਾ ਕਥਾ ਨਾਲ ਸੰਬੰਧ ਹੁੰਦੇ ਆ ਵੀ ਕੋਈ ਸੰਬੰਧ ਨਹੀਂ। ਮੈਨੂੰ ਤਾਂ ਸਿਰਫ ਪਾਤਰਾਂ ਦੇ ਦਿਲ ਖੋਲ੍ਹਣ ਲਈ ਕੁਝ ਆਸਰੇ ਚਾਹੀਦੇ ਹਨ, ਸੋ ਮੈਂ ਉਹ ਪਾਤਰ ਖੁਦ ਹੀ ਘੜ ਲਏ ਹਨ। ਇਹ ਪਾਤਰ ਬਿਲਕੁਲ ਉੱਪਰੇ ਨਹੀਂ ਲੱਗਦੇ ਅਤੇ ਨਾ ਹੀ ਹਨ। ਕਲਪਿਤ ਪਾਤਰਾਂ ਵਿੱਚ ਚੰਬੇ ਦਾ ਰਾਜਾ ਵਰਮਨ ਅਤੇ ਉਹਦੀ ਰਾਣੀ ਕੁੰਤ, ਲੂਣਾ ਦੀਆਂ ਸਹੇਲੀਆਂ ਈਰਾ ਅਤੇ ਮਥਰੀ, ਲੂਣਾ ਦਾ ਬਾਪ ਬਾਰੂ ਅਤੇ ਇੱਕ ਗੋਲੀ ਹਨ। ਬਾਕੀ ਸਜੀਵ ਪਾਤਰ ਜਿਹੜੇ ਕਹਾਣੀ ਵਿੱਚ ਪਹਿਲਾਂ ਹੀ ਮਿਲਦੇ ਹਨ ਉਹ ਹਨ ਸਲਵਾਨ, ਪੂਰਨ, ਲੂਣਾ, ਇੱਛਰਾ ਅਤੇ ਇੱਛਰਾ ਦਾ ਪਿਓ ਉਸ ਨਗਰ ਦਾ ਰਾਜਾ ਚੌਧਲ। ਕਥਾ 'ਚ ਕਥੌਲੀ ਬਿਲਕੁਲ ਕਦਰਯਾਰ ਦੀ ਹੈ
ਤੇ ਪਾਤਰ ਵੀ ਉਹੀ ਹਨ। ਸਿਰਫ ਅੰਤਰ ਹੈ ਤਾਂ ਅੱਜ ਦੇ ਸਮੇਂ ਦੀ ਸੋਚ ਦਾ। ਅਸਲ ਵਿੱਚ ਇਹ ਕਹਾਣੀ ਮੁੱਢਲੇ ਰਾਜਸ਼ਾਹੀ ਪ੍ਰਬੰਧ ਨੂੰ ਕਈ ਪੱਖਾਂ ਤੋਂ ਉਜਾਗਰ ਕਰਦੀ ਹੈ। ਸ਼ੌਕਣਾ ਦੇ ਪੁੱਤਰਾਂ ਨੂੰ ਗੱਦੀ ਤੋਂ ਵਾਂਝਿਆ ਰੱਖਣ ਲਈ ਇਹ ਚਲਿੱਤਰ ਘੜੇ ਜਾਂਦੇ ਸਨ। ਥੋੜ੍ਹੇ ਫਰਕ ਨਾਲ ਕਕਈ ਨੇ ਵੀ ਤਾਂ ਇਸੇ ਉਦੇਸ਼ ਹਿੱਤ ਰਾਮ ਨੂੰ ਬਨਵਾਸ ਤੋਰਿਆ ਸੀ। ਇੱਕ ਹੋਰ ਪੱਖ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਬੁੱਢੇ ਰਾਜੇ ਆਪਣੇ ਪੁੱਤਰਾਂ ਦੇ ਹਾਣ ਦੀਆਂ ਰਾਣੀਆਂ ਨੂੰ ਸੱਜਰਾ ਤਾਂ ਕਹਿ ਉਹਨਾਂ ਦੇ ਜਿਉਂਦੇ ਰਹਿਣ ਜੋਗਾ ਬੇਹਾ ਪਿਆਰ ਵੀ ਨਹੀਂ ਸਨ ਦੇ ਸਕਦੇ। ਨਾਲੇ ਬੇਹੀ ਰੁੱਤ ਸੱਜਰੀ ਰੁੱਤ ਨੂੰ ਉਹ ਆਤਮ ਹੁਲਾਰਾ ਨਹੀਂ ਦੇ ਸਕਦੇ। ਸੱਜਰੀ ਰੁੱਤ ਨੂੰ ਸੱਜਰੀ ਰੁੱਤ ਦੀ ਪਹਿਲੀ ਤੇ ਸਵੱਛ ਛੋਹ ਹੀ ਪੂਰਨ ਕਰ ਸਕਦੀ ਹੈ ਤੇ ਜ਼ਿੰਦਗੀ ਨੂੰ ਜਿਉਣ ਜੋਗਾ ਬਣਾ ਸਕਦੀ ਹੈ। ਕਾਮ ਪਿੰਡਿਆਂ ਤੋਂ ਉੱਤੇ ਉੱਠ ਆਤਮਾ ਦੀ ਵੀ ਤ੍ਰਿਪਤੀ ਲੋਚਦਾ ਹੈ। ਜੈਵੀ ਕਾਮ ਤੇ ਮਨੁੱਖੀ ਕਾਮ ਵਿੱਚ ਕੇਵਲ ਇੰਨਾ ਹੀ ਅੰਤਰ ਹੈ। ਨਾਲੇ ਜੈਵੀ ਰਾਮ ਕਾਮ ਰਿਤੂ ਕਾਮ ਹੈ, ਇੱਕ ਵਿਅਕਤੀ ਤੇ ਨਿਰਆਕ ਲਈ ਲੋੜ ਹੈ ਤੇ ਮਨੁੱਖੀ ਕਾਮ ਸਹਿਜ ਆਤਮਿਕ ਹੈ। ਮਨੁੱਖ ਨੇ ਇੰਨਾ ਸਹਿਜਮਈ ਤੇ ਇਹਦੇ ਇੰਨੇ ਰੂਪ ਬਣਾ ਲਏ ਹਨ ਕਿ ਇਹਦੀ ਹਰ ਛਿਨ ਦੀ ਲੋੜ ਬਣ ਗਿਆ ਹੈ। ਬੁੱਢੇ ਰਾਜੇ ਨਿੱਕੀ ਨਿੱਕੀ ਗੱਲੇ ਚੱਕ ਦਾ ਸ਼ਿਕਾਰ ਹੋ ਜਾਂਦੇ ਹਨ। ਰਾਜਿਆਂ ਦੇ ਟੁਕੜਿਆਂ 'ਤੇ ਪੜਨ ਵਾਲੇ ਕਵੀ ਜਦੋਂ ਕਹਾਣੀਆਂ ਲਿਖਣ ਬੈਠਦੇ ਸਨ ਤਾਂ ਉਹ ਸੱਚ ਨੂੰ ਤਿਆਗ ਕੇ ਰਾਜਿਆਂ ਨੂੰ ਨੇਕ ਕਲੰਕਿਤ ਸਿੱਧ ਕਰਦੇ ਸਨ। ਉਹਨਾਂ ਦੀਆਂ ਰਾਣੀਆਂ ਜਾਂ ਔਲਾਦ ਨੂੰ ਮੈਲੀਆਂ ਕਹਿ ਕੇ ਆਪਣੇ ਸਰਪ੍ਰਸਤਾਂ ਦੇ ਹਉਮੈ ਨੂੰ ਤ੍ਰਿਪਤ ਕਰਦੇ ਸਨ। ਪ੍ਰਚਲਿਤ ਸਦਾਚਾਰਕ ਨਿਯਮ ਦੀ ਉਲੰਘਣਾ ਕਰਨ ਦੀ ਦਲੇਰੀ ਉਹਨਾਂ ਵਿੱਚ ਉੱਕਾ ਨਹੀਂ ਸੀ ਹੁੰਦੀ। ਜੋ ਇੱਕ ਕਵੀ ਲਿਖ ਜਾਂਦਾ ਹੈ ਉਸੇ ਲੀਹੇ ਦੂਜੇ ਟੁਰੇ ਰਹਿੰਦੇ ਹਨ ਸੀ। ਪਰ ਅੱਜ ਦਾ ਕਵੀ ਕਿਵੇਂ ਅੱਖਾਂ ਮੀਟ ਕੇ ਉਹਨਾਂ ਲੀਹਾਂ 'ਤੇ ਤੁਰਿਆ ਰਹੇ। ਜ਼ਿੰਦਗੀ ਦਾ ਕੋਈ ਆਖਰੀ ਪੜਾਅ ਨਹੀਂ, ਹਰ ਪੜਾਅ ਤੋਂ ਅੱਗੇ ਇੱਕ ਹੋਰ ਪੜਾਅ ਹੈ, ਬਿਲਕੁਲ ਉਸ ਸੇਧ ਵਿੱਚ ਨਹੀਂ। ਇੱਧਰ ਉੱਧਰ ਵੀ ਹੋ ਸਕਦਾ ਹੈ। ਬਣ ਚੁੱਕੇ ਪਹੀਆਂ 'ਤੇ ਤੁਰਦਾ ਹੋਇਆ ਅੱਜ ਦਾ ਮਨੁੱਖ ਇੱਕ ਐਸੀ ਥਾਂ ਪੁੱਜ ਜਾਂਦਾ ਹੈ ਜਿੱਥੋਂ ਅੱਗੇ ਉਹਨਾਂ ਆਪਣਾ ਰਾਹ ਆਪ ਬਣਾਉਣਾ ਪੈਂਦਾ ਹੈ। ਇਸ ਦੀ ਚੋਣ ਆਪ ਕਰਨੀ ਪੈਂਦੀ ਹੈ। ਇਸੇ ਗੱਲੇ ਕਵੀ ਜਾਂ ਕਲਾਕਾਰ ਵਿਗਿਆਨੀ ਦੇ ਬਹੁਤੇ ਨੇੜੇ ਹੈ ਤੇ ਇੱਕ ਤਰ੍ਹਾਂ ਨਾਲ ਉਹਦਾ ਸਹਾਇਕ ਵੀ। ਜਦੋਂ ਨਵੇਂ ਪੱਥ ਦੀ ਗੱਲ ਆਉਂਦੀ ਹੈ ਤਾਂ ਸਾਹਿਤ ਵਿੱਚ ਇਸ ਦਾ ਅਰਥ ਪਰੰਪਰਾ ਨੂੰ ਕਿਸੇ ਹੱਦ ਤੱਕ ਤਿਆਗਣ ਤੋਂ ਹੈ। ਪਰੰਪਰਾਗਤ ਕਥਾਵਾਂ ਤੋਂ ਪ੍ਰਵਾਨਿਤ ਅਰਥਾਂ 'ਚੋਂ ਨਵੇਂ ਅਰਥ ਕੱਢਣੇ ਤੋਂ ਹੈ। ਪੂਰਨ ਦੇ ਕਿੱਸੇ ਨੂੰ ਲੂਣਾ ਦਾ ਕਿੱਸਾ ਕਹਿਣ ਵਿੱਚ ਵੀ ਨਵੇਂ ਅਰਥ ਸਥਾਪਿਤ ਹੋ ਜਾਂਦੇ ਹਨ। ਕਹਿੰਦੇ ਨੇ ਪੂਰਨ ਜੋਗੀ ਸੀ ਤੇ ਉਹ ਵੀ ਪੂਰਨਤਾ ਨੂੰ ਪ੍ਰਾਪਤ ਜੋਗੀ। ਸ਼ਾਇਦ ਇਸੇ ਕਾਰਨ ਉਸ ਕਥਾ ਦਾ ਨਾਇਕ ਬਣ ਗਿਆ। ਪ੍ਰਸਿੱਧ ਜੋਗੀ ਚਰੰਗੀ ਨਾਥ ਦੱਬੀ ਕਹਿੰਦੇ ਨੇ ਪੂਰਨ ਸੀ। ਉਹ ਇੱਕ ਰਾਜੇ ਦਾ ਪੁੱਤਰ ਰਾਜਕੁਮਾਰ ਸੀ। ਸਾਡੇ ਲੋਕਾਂ ਦਾ ਜੇ ਕਿਸੇ ਗੁਰੂ ਵੀ ਬਣਨਾ ਹੋਵੇ ਤਾਂ ਉਹਦੇ ਲਈ ਰਾਜੇ ਦਾ ਪੁੱਤਰ ਹੋਣਾ ਜ਼ਰੂਰੀ ਸੀ, ਭਾਵੇਂ ਉਹ ਰਾਮ ਹੋਵੇ ਜਾਂ ਬੁੱਧ, ਚਰਪਟ ਹੋਵੇ ਜਾਂ ਪੂਰਨ। ਅਤੇ ਉਹਨਾਂ ਨੂੰ ਹੋਰ ਮਹਾਨ ਦਰਸਾਉਣ ਲਈ ਲੂਣਾ ਜਿਹੀਆਂ ਕੁੜੀਆਂ ਨੂੰ ਕਾਮ ਦੀਆਂ ਪੁਤਲੀਆਂ, ਮਾਇਆ ਦੇ ਰੂਪ ਤੇ ਸ਼ੈਤਾਨ ਦੀਆਂ ਦਾਸੀਆਂ ਸਿੱਧ ਕੀਤਾ ਜਾਂਦਾ ਸੀ। ਇਹ ਕੁੜੀਆਂ ਬਹੁਤ ਵਾਰ ਨੀਵੀਆਂ ਸ਼੍ਰੇਣੀਆਂ ਦੀਆਂ ਜੰਪਲ ਹੁੰਦੀਆਂ ਸਨ ਅਤੇ ਉੱਚੀ ਕੁੱਲ ਦੇ ਉੱਚੇ ਉਚਾਰਨ ਵਾਲਿਆਂ ਨੂੰ ਮੁਕਤੀ ਦੇ ਰਾਹ ਤੋਂ ਭਟਕਾਉਣ ਦੇ ਚਿੰਨ੍ਹ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸਨ। ਪਰ ਕੀ ਇਹ ਸੱਚਮੁੱਚ ਹੀ ਗੁਨਾਹਗਾਰ ਸਨ? ਮੇਰਾ ਖਿਆਲ ਹੈ ਨਹੀਂ। ਗਰੀਬ ਹੋ ਕੇ ਵੀ ਰੂਪਵਾਨ ਹੋਣਾ ਇਹਨਾਂ ਦਾ ਗੁਨਾਹ ਸੀ। ਨਤਾਣੀਆਂ ਨਿਮਾਣੀਆਂ ਦੀਆਂ ਜਾਈਆਂ ਹੋਣ ਕਾਰਨ ਇਹਨਾਂ ਦਾ ਦੋਸ਼ ਸੀ। ਧਰਤੀ ਦੀ ਹੋਰ ਦੌਲਤ ਵਾਂਗ ਇਹਨਾਂ ਉੱਪਰ ਵੀ ਰਾਜਿਆਂ ਰਜਵਾੜਿਆਂ ਦਾ ਅਧਿਕਾਰ ਸੀ। ਐਸ਼ ਦੇ ਉਸ ਯੁੱਗ ਵਿੱਚ ਕੌਣ ਸੀ ਕੋਈ ਦਿਲ ਵਾਲਾ ਜਿਹੜਾ ਇਹਨਾਂ ਦੀ ਵੇਦਨਾ ਫੋਲਦਾ, ਇਹਨਾਂ ਦੇ ਦਰਦ ਨੂੰ ਪਛਾਣਦਾ? ਮੈਂ ਉਸ ਸਦੀਆਂ ਦੀ ਦੱਬੀ ਘੁੱਟੀ ਪੀੜ ਨੂੰ ਹਮਦਰਦੀ ਦੇ ਫੇਹੇ ਲਾ ਕੇ ਫੂਕਾਂ ਮਾਰੀਆਂ ਸਨ ਅਤੇ ਪੀੜ ਹਾਰਨ ਦਾ ਯਤਨ ਕੀਤਾ ਹੈ। ਖੌਰੇ ਮੇਰੀਆਂ ਮਾਰੀਆਂ ਫੂਕਾਂ ਨੇ ਉਹਨਾਂ ਦਾ ਦਰਦ ਘਟਾਇਆ ਹੈ ਜਾਂ ਵਧਾਇਆ ਹੈ, ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੈਂ ਇਹ ਫੂਕਾਂ ਆਪਣੇ ਦਿਲ ਦੀਆਂ ਉਹਨਾਂ ਤਹਿਆਂ 'ਚੋਂ ਮਾਰੀਆਂ ਸਨ ਜਿਹੜੀ ਤਹਿ ਵਿੱਚ ਮੇਰੇ ਅੰਦਰ ਦੀ ਔਰਤ ਸੁੱਤੀ ਪਈ ਹੈ, ਮੇਰੇ ਅੰਦਰ ਦਾ ਮਰਦ ਸੁੱਤਾ ਪਿਆ ਹੈ। ਸਲਵਾਨ ਵੀ ਅੱਜ ਵੀ ਮੁੱਕੇ ਨਹੀਂ, ਲੂਣਾ ਅੱਜ ਵੀ ਨਿਰਦੋਸ਼ ਨਹੀਂ ਸਮਝੀ ਜਾਂਦੀ। ਐਵੇਂ ਨਾਵਾਂ ਤੋਂ ਦਿਨਾਂ ਦਾ ਫਰਕ ਪੈ ਗਿਆ। ਬੁਰਕਾ ਪਾ ਕੇ ਤੁਰਨ ਦਾ ਰਿਵਾਜ ਅੱਜ ਵੀ ਨਹੀਂ ਗਿਆ। ਇਕੱਲਿਆਂ ਬਹਿ ਕੇ ਸੋਚੀਏ ਤਾਂ ਬੁਰਕਾ ਪਾਉਣਾ ਚੰਗਾ ਨਹੀਂ ਲੱਗਦਾ, ਪਰ ਜਦੋਂ ਹੀ ਅਸੀਂ ਸੜਕਾਂ 'ਤੇ ਨਿਕਲਦੇ ਹਾਂ ਤਾਂ ਮੂੰਹ 'ਤੇ ਬੁਰਕਾ ਪਾ ਲੈਂਦੇ ਹਾਂ ਅਤੇ ਸ਼ਾਇਦ ਇਹ ਸਾਡੀ ਮਜਬੂਰੀ ਹੈ। ਨੰਗਿਆਂ ਤੁਰਨਾ ਬੜਾ ਕਠਿਨ ਹੈ। ਮੈਂ ਇਸ ਪੁਸਤਕ ਦੇ ਹਰ ਪਾਤਰ ਨੂੰ ਤੁਹਾਡੇ ਸਾਹਮਣੇ ਨਗਨ ਖੜਾ ਕਰ ਦਿੱਤਾ ਹੈ ਅਤੇ ਪਾਤਰਾਂ ਤੋਂ ਅੰਦਰਾ ਹੋ ਕੇ ਮੈਂ ਆਪਣੇ ਆਪ ਨੂੰ ਵੇਖ ਨਹੀਂ ਸਕਦਾ। ਇਸ ਲਈ ਮੇਰੀ ਨਿਰਕਜਨੀ ਅਤੇ ਨਗਨਤਾ ਨੂੰ ਮਾੜਾ ਚੰਗਾ ਕਹਿਣ ਦਾ ਅਧਿਕਾਰ ਸਭਨਾਂ ਨੂੰ ਹੀ ਸੌਂਪ ਦਿੰਦਾ ਹਾਂ। ਸਥਾਪਿਤ ਕੀਮਤਾਂ ਵਿੱਚੋਂ ਬੱਝੇ ਲੋਕਾਂ ਨੂੰ ਸ਼ਾਇਦ ਮੇਰਾ ਹਰ ਸ਼ਬਦ ਮੈਲਾ ਜਾਪੇ, ਪਰ ਮੇਰਾ ਵਿਸ਼ਵਾਸ ਹੈ ਕਿ ਮੈਲੇ ਸ਼ਬਦਾਂ ਹੀ ਸਮਾਜਾਂ, ਧਰਮਾਂ ਅਤੇ ਕੌਮਾਂ ਦੇ ਸੰਦਰੇ ਰਿਵਾਜਾਂ, ਦੁਰਗੰਧਿਤ ਭਰਮਾਂ ਅਤੇ ਕੂੜ ਵਿਚਾਰਾਂ ਨੂੰ ਨਿਤਾਰ ਕੇ ਸਵੱਛ ਅਤੇ ਨਿਰਮਲ ਬਣਾ ਸਕਦੇ ਹਨ। ਸ਼ਿਵ ਕੁਮਾਰ, ਪ੍ਰੇਮ ਨਗਰ, ਬਟਾਲਾ। ਥੈਂਕ ਯੂ।